रहमानुर्रहीम। हम मौजूद हैं जी बाबा नवाब शाह रहमतुल्लाह अलैह के दरबार पे, और यहाँ पे हमें इनके मतवल्ली जो हैं वो भी मिल गए। हम इनसे गुफ्तगू करते हैं और आप तक भी पहुँचाते हैं। अस्सलाम वालेकुम चाचा जी। हाँ जी जनाब, ਇਹ ਜੀ ਅਲ ਮਸ਼ਹੂਰ ਦਰਬਾਰ ਭੈਰੋਨਾਥ ਤੋਂ ਹੈ। ਹਾਂਜੀ, ਪੁਰਾਣੀਆਂ ਭੈਰੋਨਾਥ ਪੁਰਾਣੀਆਂ ਇਮਾਰਤਾਂ ਜਿਹੜੀਆਂ ਪਿੱਛੇ ਦੇਖ ਰਹੇ ਹੋ ਤੁਸੀਂ, ਅਤੇ ਦਰਬਾਰ ਇਹ ਬਾਬੇ ਨਵਾਬ ਸ਼ਾਹ ਦਾ, ਅਤੇ ਇਹਦੀ ਘੱਟ ਮਸ਼ਹੂਰੀ ਹੈ। ਅਤੇ ਢੇਰੀ ਕੱਚੀ 100 ਸਾਲ ਤੋਂ ਪਹਿਲੋਂ ਤਕਰੀਬਨ ਹੈ, ਅਤੇ ਉਹ ਜਿਹੜੀਆਂ ਇਮਾਰਤਾਂ ਉਹ ਵੀ ਬੜੀ ਦੇਰ ਤੋਂ ਪਹਿਲੀ ਅਤੇ ਸਾਡੇ ਪਿਛਲੇ ਤੋਂ ਵੀ ਪਹਿਲੋਂ ਦੀਆਂ ਨੇ। ਅਤੇ ਸਾਡੇ ਅਸੀਂ ਬਸ਼ਿੰਦੇ ਇੱਥੋਂ ਦੇ ਰਹਿਣ ਵਾਲੇ, ਸਾਡੇ ਵਾਲਦ ਸਾਹਿਬ ਦਾਦਾ ਪੜਦਾਦਾ ਉਹਨਾਂ ਦੱਸਿਆ ਕਿ ਪਹਿਲੋਂ ਦਾ ਹੀ ਆ ਕੰਮ, ਅਤੇ ਉਹਦੇ ਹਵਾਲੇ ਨਾਲ ਚੱਲ ਰਿਹਾ। ਬਾਕੀ ਅੱਲਾ ਪਾਕ ਦਾ ਫਜ਼ਲ ਹੈ, ਸ਼ਫਾ ਅੱਲਾ ਪਾਕ ਦਿੰਦਾ। ਦਦਰੀ ਮੌਕੇ ਐਲਰਜੀ ਵਗੈਰਾ ਬਵਾਸੀਰ, ਅਤੇ ਇੱਥੇ 3 ਐਤਵਾਰ ਆ ਕੇ ਨਹਾਉਂਦੇ ਨੇ। ਅੱਲਾ ਪਾਕ ਮਿਹਰਬਾਨੀ, ਸ਼ਫਾ ਤਾਂ ਰੱਬ ਦੀ ਜ਼ਾਤ ਕੋਲ ਹੀ ਹੈ, ਅਤੇ ਬਹਾਨੇ ਬਜ਼ੁਰਗਾਂ ਦੇ ਹੁੰਦੇ ਨੇ। ਕਿਸੇ ਦੇ ਬਹਾਨੇ ਨੂੰ ਕਿਸੇ ਡਾਕਟਰ ਕੋਲੋਂ ਆਰਾਮ, ਕਿਸੇ ਨੂੰ ਕਿਸੇ ਵਲੀ ਅੱਲਾ ਦੇ ਕੋਲੋਂ, ਬਸ ਇਸ ਤਰ੍ਹਾਂ ਇਹ ਚੱਲਿਆ ਆ ਰਿਹਾ ਕੰਮ ਜਨਾਬ। ਠੀਕ ਹੈ ਚਾਚਾ ਜੀ, ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਜੀ ਸ਼ਰਫਦੀਨ ਹੈ, ਕਾਕੂ ਕਰਕੇ ਮੈਨੂੰ ਬੁਲਾਉਂਦੇ ਨੇ। ਨਾਂ ਸ਼ਰਫਦੀਨ ਹੈ, ਪਿੰਡ ਬੈਰਾ, ਇਹ ਰਕਬਾ ज़मीन बैरे ਦੇ ਵਿੱਚ है, छोटा बैरा। हाँ जी नाजरीन, आपने देखा कि ये बता रहे हैं हमें कि 100 साल से भी ज़्यादा अरसा हो गया कि ये मतवल्ली हैं इस मज़ार के, और ये इनकी नस्लें ज़ाहिर है यहाँ पे रहीं, और ये गवाह हैं यहाँ की तारीख़ के, इन जंगलात के, इन तारीख़ी मकामात के। हम कोशिश करते हैं मज़ीद आपकी दिलचस्पी की चीज़ें जो हैं आप तक वो पहुँच सकें। अच्छा चाचा जी, इत्थे कभी कोई हिंदुआं दा या सिखां दा कोई ऐसे वफद आंदे ना, वो भी इत्थे आके देखदे ने, कोई ज़ियारत करदे ने अपनी तारीखी जिहड़ी पिछे जगह उन्हां दी? बिल्कुल नहीं जनाब, ਜਦੋਂ ਅਸੀਂ ਸਾਨੂੰ ਹੋਸ਼ ਹੈ ਅਸਾਂ ਹਿੰਦੂ ਨਹੀਂ ਆਏ ਦੇ ਦੇਖੇ, ਕਿਉਂਕਿ ਬਾਰਡਰ ਦਾ ਮਾਮਲਾ ਹੈ, ਅਤੇ ਕੋਈ ਅਸਾਂ ਹਿੰਦੂ ਨਹੀਂ ਦੇਖਿਆ, ਸਿੱਖ ਵਗੈਰਾ ਕੋਈ ਅੱਜ ਤੱਕ ਨਹੀਂ ਦੇਖਿਆ। ਹਾਂਜੀ, ਬਾਕੀ ਮੁਸਲਮਾਨਾਂ ਦਾ ਮੇਲਾ ਜਦੋਂ ਹੁੰਦਾ, ਮੁਸਲਮਾਨ ਦੁਨੀਆ ਇਤਵਾਰ ਦਾ ਦਿਨ ਇੱਥੇ ਦੁਨੀਆ ਇਤਵਾਰ ਵਾਲੇ ਦਿਨ ਚੜ੍ਹ ਚੜ੍ਹਾਵਾ ਨਜ਼ਰਾਨਾ ਲੈ ਕੇ ਆਉਂਦੀ ਹੈ, ਅਤੇ ਜਾਂ ਮੇਲੇ 'ਤੇ ਦੁਨੀਆ ਆਉਂਦੀ ਹੈ। ਉਂਝ ਵੀ ਦੁਨੀਆ ਸੈਰ ਤਫਰੀਹ ਵਾਸਤੇ ਤੁਹਾਡੇ ਆਉਣ ਤੋਂ ਪਹਿਲੇ ਕੋਈ 60-70 ਆਦਮੀ ਆਏ ਦੇ ਸਨ, ਕੋਈ ਪੜ੍ਹੇ ਲਿਖੇ ਸਨ, ਵਿੱਚੋਂ ਉਹਨਾਂ ਵੀ ਬੜਾ ਪੁੱਛਿਆ ਲਿਖ ਕੇ ਲੈ ਗਏ ਨੇ, ਤਸਵੀਰਾਂ ਬਣਾ ਕੇ ਲੈ ਗਏ ਨੇ, ਅਤੇ ਇਸ ਤਰ੍ਹਾਂ ਦਾ सिलसिला चलता पाया। हाँ नाजरीन, वाक क्लब शकरगढ़ उनका यहाँ पे आज विज़िट था। हम भी बेसिकली उनके साथ ही हैं, तो चलें हम मालूमात इकट्ठी करने की असल में एक कोशिश है, अपने इलाके को एक्सप्लोर करने की एक कोशिश है, इसको महफूज करने की एक कोशिश है। अच्छा चाचा जी, ये जेड़े पिछे हिंदुआं दा जेड़ा मंदिर दसदे ने, ਇਹਦੇ ਬਾਰੇ 'ਚ ਕੀ ਕੋਈ ਰਵਾਇਤ ਨੇ ਜਾਂ ਕੀ ਤਾਰੀਖ ਹੈ ਇਹਦੀ? ਰਵਾਇਤ ਇਹੋ ਹੀ ਆ ਕਿ ਹਿੰਦੂਆਂ ਦੇ ਮੰਦਰ ਪਹਿਲੇ ਬੁੱਤ ਵਗੈਰਾ ਹੁੰਦੇ ਹਨ 47 ਤੋਂ ਪਹਿਲੇ, ਵਿੱਚ ਵੱਡੇ ਮੰਦਰ 'ਚ ਬੁੱਤ, ਅਤੇ ਉਹ ਫਿਰ ਸਾਡੇ ਜਦੋਂ ਮੁਸਲਮਾਨ ਆਏ ਨੇ ਫਿਰ ਇਹਨਾਂ ਦੇਖ ਦੋ ਕੇ ਢਾਹ ਢੂਈ ਛੜੇ ਜਾਂ ਤੋੜ ਗਏ ਨੇ, ਜਾਂ ਉਹ 71 'ਚ ਬਾਅਦ 'ਚ ਵੀ ਆਏ ਨੇ ਇੱਥੇ ਜੰਗ ਦੇ ਵਿੱਚ ਜਗ੍ਹਾ 2 ਸਾਲ ਉਹਨਾਂ ਦੇ ਕਬਜ਼ੇ 'ਚ ਰਹੀ ਇੰਡੀਆ ਦੇ, ਅਤੇ ਉਸ ਤੋਂ ਬਾਅਦ ਇੱਥੇ ਕੋਈ ਮੁੰਤਜ਼ਰ ਹਿੰਦੂਆਂ ਦਾ ਕੋਈ ਮਸਲਾ ਨਹੀਂ ਆਇਆ, ਇੱਧਰੋਂ ਨਾ ਆ ਸਕਦੇ ਨੇ ਨਾ ਹੀ ਆਉਂਦੇ ਨੇ। ਅਤੇ ਮੁਸਲਮਾਨਾਂ ਦਾ ਹਿਸਾਬ ਕਿਤਾਬ ਹੈ, ਮੁਸਲਮਾਨ ਇੱਥੇ ਆਉਂਦੇ ਨੇ ਦਰਬਾਰ 'ਤੇ ਦੁਆ ਸ਼ੁਆ ਕਰਦੇ ਨੇ, ਅੱਲਾ ਪਾਕ ਕਬੂਲ ਕਰਦਾ, ਅਤੇ ਇੱਥੋਂ ਤੱਕ ਹੀ ਆਉਂਦੇ ਨੇ। ਉੱਧਰ ਹੁਣ ਜਾਣ ਦਾ ਮਕਸਦ ਕੋਈ ਦੇਖਣ ਵਾਸਤੇ, ਸੈਰ ਤਫਰੀਹ ਵਾਸਤੇ, ਜਾਂ ਤੁਹਾਡੇ ਜੈਸੇ ਬੰਦੇ ਜਿਹੜੇ ਦੇਖਦੇ ਨੇ ਉਹਨਾਂ ਤਸਵੀਰਾਂ ਲੈ ਕੇ ਦੱਸਦੇ ਨੇ, ਉਹ ਵੱਖਰੀ ਗੱਲ ਹੈ, ਵਰਨਾ ਹਿੰਦੂ ਜਾਂ ਉਹਨਾਂ ਦਾ ਮੰਤਜ਼ਾਰ ਕੋਈ ਮਸਲਾ ਨਹੀਂ ਇੱਧਰ। ਅੱਛਾ, ਇੱਕ ਹੋਰ ਵੀ ਇਸ ਜੰਗਲ ਦੀ ਇੱਕ ਵੱਡੀ ਖਸੂਸੀਅਤ ਹੈ, ਕਿਹਾ ਜਾਂਦਾ ਕਿ ਇੱਥੇ ਇੱਕ ਕੜੀ ਪੱਤਾ ਆ ਜਿਹੜਾ ਉਹ ਇਸ ਜੰਗਲ 'ਚ ਮਿਲਦਾ ਹੈ, ਵਾਕਿਆ ਐਸਾ ਹੈ? ਜੀ ਉਹਦੇ ਬਾਰੇ ਮੈਂ ਨਹੀਂ ਜਾਣਦਾ, ਕੜੀ ਪੱਤਾ ਕੀ ਹੁੰਦਾ? ਅੱਛਾ, ਇੱਥੇ ਪਲਾਟਾ ਦੇ ਬਹੁਤ ਜ਼ਿਆਦਾ ਦਰਖਤ ਨੇ, ਉਹਦੇ ਬਾਰੇ 'ਚ ਪਲਾਟਾ ਜਿਹਨੂੰ ਉਹ ਜ਼ਾਫਰਾਨੀ ਕਲਰ ਦਾ ਜਿਹਨੂੰ ਭੇਦ, ਹਾਂ ਪਲਾ ਜਿਹਨੂੰ ਕਿਹਾ ਜਾਂਦਾ, ਉਹ ਪਲਾਟਾ ਦਾ ਨਾਜ਼ਰੀਨ ਜਿਹੜਾ ਜੰਗਲ ਹੈ ਉਹ ਇਹ ਪਾਕਿਸਤਾਨ ਦਾ ਵੱਡਾ ਤਰੀਨ ਜੰਗਲ ਹੈ। ਜਿਹੜੇ ਪਲਾਟਾ ਦੇ ਇੱਥੇ ਚੰਦ ਦਰਖਤ ਨਾਲ ਬਤਾ ਰਹਿ ਗਏ ਜੇ, ਉਹ ਵੀ ਅਸੀਂ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ। ਲੇਕਿਨ ਇਸ ਦੇ ਬਾਵਜੂਦ ਉਹ ਅੱਜ ਤੋਂ 20-30 ਸਾਲ ਪਹਿਲੇ ਜਿਹੜੀ ਰਿਸਰਚ ਹੋਈ, ਸਭ ਤੋਂ ਵੱਡਾ ਜੰਗਲ ਜਿਹੜਾ ਪਾਕਿਸਤਾਨ ਦਾ ਪਲਾਟਾ ਦਾ ਹੀ ਉਹ ਇੱਥੇ ਸੀ। ਲੇਕਿਨ ਹੁਣ ਵਕਤ ਦੇ ਨਾਲ ਨਾਲ ਉਹ ਜ਼ਾਹਰਾ ਵੱਡੇ ਜਾ ਰਹੇ ਨੇ, ਦਰਖਤ ਕੱਟੇ ਜਾ ਰਹੇ ਨੇ, ਨਵੇਂ ਦਰਖਤ ਨਹੀਂ ਲਗਾਏ ਜਾ ਰਹੇ, ਜਾਂ ਬਹੁਤ ਘੱਟ, ਕਿਤੇ ਕੋਈ 50 ਸਾਲਾਂ 'ਚ ਇੱਕ ਅੱਧਾ ਹੋ ਗਿਆ। ਲੇਕਿਨ ਜਿਹੜੀ ਕੱਟਣ ਦੀ ਰਫ਼ਤਾਰ ਹੈ ਉਹ ਉਹਨਾਂ ਦੀ ਤੇਜ਼ ਹੈ, ਸੁੱਕ ਵੀ ਜਾ ਰਹੇ ਨੇ, ਜ਼ਾਹਰਾ ਖ਼ਰਾਬ ਹੁੰਦੇ ਜਾ ਰਹੇ ਨੇ। ਅਤੇ ਇਹਦੇ ਬਾਰੇ 'ਚ ਬਜ਼ੁਰਗੋ ਤੁਸੀਂ ਕੋਈ ਕਮਿਊਨਿਟੀ ਨੂੰ, ਲੋਕਾਂ ਨੂੰ ਦੱਸਦੇ ਪਿਓ ਕਿ ਇਹ ਜਿਹੜਾ ਪਲਾਟਾ ਆ ਇਹ ਸਾਡਾ ਬੜਾ ਕੀਮਤੀ ਔਰ ਸਿਰਫ ਇੱਥੇ ਪਾਇਆ ਜਾਣ ਵਾਲਾ ਇੱਕ ਨਾਯਾਬ ਦਰਖਤ ਹੈ, ਕੀ ਇਹਦੇ ਬਾਰੇ 'ਚ ਆਗਾਹੀ ਹੈ ਤੁਹਾਨੂੰ?
ਇਹਦੇ ਬਾਰੇ ਜਨਾਬ ਸਾਨੂੰ ਕੋਈ ਨਹੀਂ, ਨਾ ਤਾਂ ਸਾਨੂੰ ਮਾਲੂਮਾਤ ਹੀ ਹੈ ਇਹਦੀ ਕੋਈ, ਨਾ ਕੋਈ ਉਹਨੂੰ ਪਹਿਚਾਣ ਹੈ ਕੋਈ, ਜਿਵੇਂ ਲੋਕਾਂ ਨੂੰ ਦੱਸੀ ਕਿ ਕੰਮ ਆਉਣ ਵਾਲੀ ਚੀਜ਼ ਹੈ ਤੇ ਹਰ ਚੀਜ਼ ਅੱਲਾ ਨਾਲ ਤਾਂ ਕੀਤੀ ਸੀ ਕੰਮ ਦੀ, ਲੇਕਿਨ ਸਾਡੀ ਸਮਝ ਚੋਂ ਬਾਹਰ ਹੈ ਗੱਲ। ਲੋਕ ਬਾਲਣ ਦੇ ਹਿਸਾਬ ਨਾਲ ਕੱਟ ਕੁੱਟ ਕੇ, ਅੱਜ ਤੋਂ 50 ਸਾਲ ਪਹਿਲੇ ਲੋਕ ਸਿਆਲ 'ਚ ਸਰਦੀ ਦੇ ਮੌਸਮ 'ਚ ਇਹਦੇ ਪੱਤੇ ਕੱਟ ਕੇ ਲੈ ਜਾਂਦੇ ਹਨ ਡਾਣੀਆਂ, ਤੇ ਡੰਗਰਾਂ ਕੇ ਰਾਤ ਨੂੰ ਸੁੱਟ ਛੱਡ ਦਿੰਦੇ ਹਨ। ਲੇਕਿਨ ਹੁਣ ਪੱਠਾ ਤਾਂ ਇੱਥੇ ਆਮ ਹੁੰਦਾ ਅਕਸਰ, ਹੁਣ ਖਿਆਲ ਹੀ ਨਹੀਂ ਇੱਧਰ ਕਰਦੇ ਉਹ ਕਿਹੜੇ ਪੱਤਰਾਂ ਵਾਲਾ, ਹੁਣ ਆਪਣੀ ਫਸਲ ਇਹਨਾਂ ਪਲਾਟੇ ਜਿਹੜੇ ਹੈ ਨਾ ਜਿਹੜੇ ਕੋਈ ਟੁੱਟ ਫੁੱਟ ਗਏ ਦੇ ਨੇ ਜਾਂ ਇੱਜ਼ਤ ਹੋ ਗਈ ਦੀ ਹੈ, ਪੁਰਾਣੇ ਹੋ ਗਏ ਤਾਂ ਗਿਰ ਗੁਰ ਜਾਂਦੇ ਨੇ, ਇਹ ਹਿਸਾਬ ਕਿਤਾਬ ਹੈ। ਅੱਛਾ ਚਲੋ ਕਮ ਸੇ ਕਮ ਲੋਕਾਂ ਨੂੰ ਤੁਸੀਂ ਇਹ ਤਾਂ ਦੱਸ ਸਕਦੇ ਹੋ ਨਾ ਕਿ ਇਹ ਕੀਮਤੀ ਦਰਖਤ ਸਿਰਫ ਸਾਡੇ ਇਲਾਕੇ 'ਚ ਹੀ ਜ਼ਿਆਦਾ ਪਾਇਆ ਜਾਂਦਾ, ਔਰ ਇਹਦੇ ਕੋਈ ਕਮ ਸੇ ਕਮ ਦੇਖੋ ਦਰਬਾਰ ਦੇ ਆਸ-ਪਾਸ ਕੋਈ 20 25 30 ਪੌਦੇ ਅਗਰ ਤੁਸੀਂ ਲਗਾ ਦਿਓ ਤਾਂ ਸ਼ਾਇਦ ਮੇਰਾ ਖਿਆਲ ਹੈ ਖੂਬਸੂਰਤੀ ਵੱਧ ਜਾਏ। ਉਹ ਠੀਕ ਹੈ, ਤੁਹਾਡੀ ਗੱਲ ਸਹੀ ਹੈ, ਲੇਕਿਨ ਇੱਥੇ ਬੱਕਰੀ ਮਾਲ ਡੰਗਰ ਰਹਿੰਦਾ ਖੁੱਲ੍ਹਾ। ਹਾਂਜੀ, ਪਿੱਛੇ ਬੂਟੇ ਲਾਏ ਹਨ ਆਰਮੀ ਨੇ ਇੱਥੇ, ਅਤੇ ਜਨਾਬ 2 ਮਹੀਨੇ ਹੋ ਰਹੇ ਨੇ ਅਤੇ ਬੂਟੇ ਕਾਇਮ ਰਹੇ ਨੇ। ਉਸ ਤੋਂ ਬਾਅਦ ਜਦੋਂ ਉਹਨਾਂ ਦੀ ਡਿਊਟੀ ਪਿੱਛੇ ਚਲੇ ਗਏ ਨੇ ਅਤੇ ਜਨਾਬ 10 ਦਿਨ ਨਹੀਂ ਲੱਗੇ, ਬੂਟਾ ਕੋਈ ਰਹਿਣ ਨਹੀਂ ਦਿੱਤਾ। ਮਾਲ ਬੱਕਰੀ ਵਾਲਾ ਇਹ ਮਤਲਬ ਲੋਕ ਜਿਹੜੇ ਲੈ ਕੇ ਆਉਂਦੇ ਨੇ ਉਹ ਝਾੜ ਦਿੰਦੇ ਨੇ, ਔਰ ਬੂਟੇ ਲਾਉਣ ਨੂੰ ਤਾਂ ਲਾ ਹੀ ਦੇ ਬੰਦਾ, ਲੇਕਿਨ ਹਿਫਾਜ਼ਤ ਫਿਰ ਉੱਤੇ ਰਹਿਣਾ ਪੈਂਦਾ ਪੱਕਾ ਇੱਥੇ, ਅਤੇ ਫਿਰ ਜਾ ਕੇ ਕੰਮ ਚੱਲਦਾ। ਅਤੇ ਕੋਸ਼ਿਸ਼ ਅੱਗੋਂ ਕਰ ਰਹੇ ਹਾਂ ਜੀ, ਇਨਸ਼ਾਅੱਲਾ ਬੇਟਾ ਵੱਡਾ ਉਹ ਦੱਸਦਾ ਪਿਆ ਬਾਬੂ ਜੀ ਬੂਟੇ ਸ਼ੂਟੇ ਇੱਥੇ ਲਗਵਾਈਏ ਅਤੇ ਇੱਥੇ ਮਤਲਬ ਗੌਰ ਕਰੀਏ ਜ਼ਰਾ, ਜਿੰਨੇ ਕੁ ਲੱਗ ਜਾਣ ਤਾਂ ਅੱਛੀ ਗੱਲ ਹੈ। ਦੇਖੋ ਜੀ ਦਰਬਾਰ ਮੇਰੇ ਖਿਆਲ ਦੇ ਵਿੱਚ ਨਾ ਸਿਰਫ ਮਰਜਾਏ ਖਲਾਇਕ ਨਾ ਇੱਕ ਰਹਿਮਤ ਵਾਲੀ ਜਗ੍ਹਾ ਆ, ਬਲਕਿ ਇਹਨਾਂ ਦੇ ਬਜ਼ੁਰਗਾਂ ਦੇ ਫੈਜ਼ ਨਜ਼ਰ ਦੇ ਨਾਲ ਬਹੁਤ ਸਾਰੇ ਮਾਮਲਾਤ ਹੋਰ ਵੀ ਬਿਹਤਰ ਹੋ ਸਕਦੇ ਨੇ। ਇੱਕ ਬਿਹਤਰੀਨ ਜਿਹੜੀ ਚੀਜ਼ ਆ ਉਹ ਇਹ ਆ ਕਿ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਦਰਬਾਰ ਨੇ ਉੱਥੇ ਕਮ ਸੇ ਕਮ ਮਤਵਲੀ ਹਜ਼ਰਾਤ ਕੋਈ 100 ਪੌਦਾ ਲਗਾਉਣ, ਪੂਰੀ ਕੇਅਰ ਦੇ ਨਾਲ ਹਿਫਾਜ਼ਤ ਕਰਨ ਔਰ ਪ੍ਰਵਾਨ ਚੜ੍ਹਾਉਣ। ਇੱਕ ਅਦਾਦੋ ਸ਼ੁਮਾਰ ਦੇ ਮੁਤਾਬਕ ਪਾਕਿਸਤਾਨ 'ਚ ਗਾਲਬਨ 3000 ਤੋਂ ਜ਼ਿਆਦਾ ਰਜਿਸਟਰਡ ਮਜ਼ਾਰ ਨੇ, ਔਰ ਅਗਰ 100 ਪੌਦਾ ਵੀ ਲੱਗਦਾ ਆ ਰਜਿਸਟਰਡ ਮਜ਼ਾਰ ਔਰ ਗੈਰ ਰਜਿਸਟਰਡ ਜਿਹੜੇ ਮਜ਼ਾਰਾਤ ਨੇ ਉਹਦੇ ਪਤਾ ਨਹੀਂ ਕਿੰਨੇ ਨੇ, ਅਤੇ ਉਹ ਵੀ ਲੱਗਦੇ ਨੇ ਅਤੇ ਲੱਖਾਂ ਪੌਦੇ ਬਣ ਜਾਂਦੇ ਨੇ, ਜਿਹਦੀ ਵਜ੍ਹਾ ਤੋਂ ਕੁਛ ਨਾ ਕੁਛ ਤਾਂ ਚਲੋ ਤਬਦੀਲੀ ਆ ਸਕਦੀ ਹੈ। ਅਤੇ ਅਸੀਂ ਆਪਣੇ ਚਾਚਾ ਜੀ ਕੋਲੋਂ ਇਹ ਉਮੀਦ ਰੱਖਦੇ ਹਾਂ ਕਿ ਅਗਲੀ ਵਾਰੀ ਅਸੀਂ ਆਈਏ ਅਤੇ ਕੋਈ 100 50 20 30 ਪੌਦੇ ਸਾਨੂੰ ਜ਼ਰੂਰ ਇੱਥੇ ਲੱਗੇ ਦੇ ਨਜ਼ਰ ਆਉਣ। ਕੀ ਖਿਆਲ ਹੈ ਚਾਚਾ ਜੀ? ਇਨਸ਼ਾਅੱਲਾ ਜੀ ਕੋਸ਼ਿਸ਼ ਕਰਾਂਗੇ, ਅੱਲਾ ਦੇ ਫਜ਼ਲ ਕਰਮ ਦੇ ਨਾਲ, ਅਤੇ ਆਪਣਾ ਉਹਨਾਂ ਦੀ ਹਿਫਾਜ਼ਤ ਹੋਏਗੀ। ਚਲੋ ਕੋਈ ਮਿਹਨਤ ਕਰਨ, ਕਿਸੇ ਬੰਦੇ ਨੂੰ ਪੈਸੇ ਦੇ ਕੇ ਕੰਡੇ ਵਗੈਰਾ ਦੁਆਲੇ ਲਵਾ ਕੇ, ਤਾਂ ਕਿ ਉਹ ਰਹਿ ਸਕਣ ਅਤੇ ਉਹਨਾਂ ਦੀ ਹਿਫਾਜ਼ਤ ਹੋ ਜੇ ਵੱਡੇ ਹੋ ਜਾਣਗੇ ਤਾਂ ਫਿਰ ਇਨਸ਼ਾਅੱਲਾ ਬਿਹਤਰ ਹੋਏਗਾ। ਕੋਸ਼ਿਸ਼ ਕਰਾਂਗੇ ਜਿੰਨੀ ਕੁ ਹੋ ਸਕੇ ਇਨਸ਼ਾਅੱਲਾ। ਚਲੋ ਜੀ, ਬਹੁਤ ਸ਼ੁਕਰੀਆ ਚਾਚਾ ਜੀ, ਸਾਨੂੰ ਇਜਾਜ਼ਤ ਦਿਓ। ਅੱਲਾਹ ਪਾਕ ਤੁਹਾਨੂੰ ਸਿਹਤ ਤੋਂ ਤੰਦਰੁਸਤੀ ਦੇ, ਸਾਡੇ ਵਾਸਤੇ ਦੁਆ ਕਰਿਓ।